हाँ जी MSc ਦਾ ਨੈਕਸਟ ਸਾਡੀ ਐਲਗੋਰਿਦਮ ਹੈ ਲਾਈਨ ਡਰਾਇੰਗ ਐਲਗੋਰਿਦਮ ਹੀ ਹੈਗੀ ਹੈ ਬ੍ਰੈਸ਼ਨਹੈਮਸ ਦੀ ਲਾਈਨ ਐਲਗੋਰਿਦਮ ਹੈ। ਤਾਂ ਇਹਦੇ ਵਿੱਚ ਵੀ ਸੇਮ ਬੇਟਾ ਤੁਸੀਂ ਸਕੈਨ ਕਨਵਰਟਿੰਗ ਦੇ ਲਈ ਹੀ ਇਹ ਯੂਜ਼ ਕੀਤਾ ਜਾਂਦਾ ਕਿ ਤੁਸੀਂ ਇੱਕ ਲਾਈਨ ਦੇ ਲਈ ਇੱਕ ਪੁਆਇੰਟ ਤੋਂ ਦੂਸਰੇ ਐਂਡ ਪੁਆਇੰਟ ਦੇ ਵਿੱਚ ਕਿਵੇਂ ਜਿਹੜੇ ਪਿਕਸਲਸ ਨੇ ਉਹ ਪਲਾਟ ਕਰੋਗੇ। DDA ਐਲਗੋਰਿਦਮ ਵੀ ਸੇਮ ਕੰਮ ਹੀ ਕਰ ਰਹੀ ਸੀ ਬਟ ਉਸਦੀ ਜਿਹੜੀ ਮੇਨ ਪ੍ਰੋਬਲਮ ਸੀ ਉਹ ਸੀਗੀ ਕਿ ਤੁਸੀਂ ਫਲੋਟਿੰਗ ਪੁਆਇੰਟ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਕੈਲਕੂਲੇਸ਼ਨਸ ਆਉਂਦੀਆਂ ਸੀਗੀਆਂ, ਬਾਰ-ਬਾਰ ਤੁਹਾਨੂੰ ਰਾਊਂਡ ਕਰਨਾ ਪੈਂਦਾ ਸੀ ਫਿਗਰਸ ਨੂੰ 2 ਪੁਆਇੰਟ ਸਮਥਿੰਗ ਆ ਗਈ, ਫਿਰ ਆਪਾਂ ਉਹਦੀ ਇੰਟੀਜ਼ਰ ਵੈਲਿਊ ਚੱਕਦੇ ਸੀ। ਤਾਂ ਇੱਦਾਂ ਕਰਕੇ ਤਾਂ ਉਸ ਤੋਂ ਬਾਅਦ ਜਿਹੜੀ ਐਲਗੋਰਿਦਮ ਹੈ ਇੱਕ ਜੈਕ ਐਲਟੋਨ ਬ੍ਰੈਸ਼ਨਹੈਮ ਦੁਆਰਾ 1962 ਦੇ ਵਿੱਚ ਜਿਹੜੀ ਐਲਗੋਰਿਦਮ ਡਿਵੈਲਪ ਕੀਤੀ ਗਈ। ਇਸ ਐਲਗੋਰਿਦਮ ਦੇ ਵਿੱਚ ਮੇਨ ਫਾਇਦਾ ਕੀ ਹੈ ਕਿ ਤੁਸੀਂ ਇੰਟੀਜ਼ਰ ਕੈਲਕੂਲੇਸ਼ਨਸ ਦੇ ਅਕੋਰਡਿੰਗ ਹੀ ਜਿਹੜਾ ਕੰਮ ਉਹ ਕਰੋਗੇ, ਇੰਟੀਜ਼ਰ ਐਡੀਸ਼ਨ ਸਬਟਰੈਕਸ਼ਨ ਤੇ ਮਲਟੀਪਲੀਕੇਸ਼ਨ ਦੇ ਨਾਲ। ਈਵਨ ਤੁਹਾਨੂੰ ਕਿ ਡਿਵੀਜ਼ਨ ਵੀ ਨਹੀਂ ਕਰਨੀ ਪੈ ਰਹੀ। ਹਾਲਾਂਕਿ ਜਿਹੜੀ DDA ਐਲਗੋਰਿਦਮ ਉਹਦੇ ਵਿੱਚ ਫਲੋਟਿੰਗ ਪੁਆਇੰਟਸ ਦੀ ਦਿੱਕਤ ਸਾਨੂੰ ਆ ਰਹੀ ਸੀ। ਫਾਸਟਰ ਐਲਗੋਰਿਦਮ ਹੈ ਬਹੁਤ ਐਕੂਰੇਸੀ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਦੀ ਹੈਗੀ। ਤਾਂ ਇਹਦੇ ਵਿੱਚ ਜਿਹੜਾ ਕੰਮ ਕਰਨ ਦਾ ਮੈਥਡ ਹੈ ਉਹ ਕੀ ਹੈਗਾ, ਤੁਸੀਂ ਇੱਕ ਡਿਸੀਜ਼ਨ ਵੇਰੀਏਬਲ ਲਓਗੇ, ਉਹ ਡਿਸੀਜ਼ਨ ਵੇਰੀਏਬਲ ਅਕੋਰਡਿੰਗ ਜਿਹੜੀਆਂ ਤੁਸੀਂ ਵੈਲਿਊਜ਼ ਨੇ ਉਹ ਪਲਾਟ ਕਰਨੀਆਂ। ਤਾਂ ਆਪਾਂ ਇਹਦੇ ਵਿੱਚ ਕੀ ਹੈਗਾ x ਅਤੇ y ਦੀ ਕਿਸੇ ਇੱਕ ਦੀ ਵੈਲਿਊ ਜਿਹੜੀ ਹੈਗੀ ਹੈ ਡਿਸਾਈਡ ਕਰਕੇ ਉਸੇ ਅਕੋਰਡਿੰਗ ਦੂਸਰੀ ਵੈਲਿਊਜ਼ ਨੂੰ ਜਿਹੜਾ ਹੈਗਾ ਉਹ ਵਧਾਉਂਦੇ ਜਾਂਦੇ ਆ। ਤਾਂ ਫਾਈਂਡ ਆਊਟ ਕਰਨ ਦੇ ਲਈ ਕਿ ਕਿਹੜਾ ਪਿਕਸਲ ਨੀਅਰੈਸਟ ਜਿਹੜਾ ਡਿਸੀਜ਼ਨ ਵੇਰੀਏਬਲ ਉਹ ਯੂਜ਼ ਹੋਊਗਾ। ਤਾਂ ਇੱਥੇ ਡਿਸੀਜ਼ਨ ਵੇਰੀਏਬਲ ਤੋਂ ਮੇਰਾ ਮੀਨਿੰਗ ਕੀ ਹੈ ਬੇਟਾ, ਐਗਜ਼ਾਮਪਲ ਦੇਖੋ, ਸਪੋਜ਼ ਕਰੋ ਅਸੀਂ ਜਿਹੜਾ ਹੈਗਾ ਇਸ ਪਿਕਸਲ 'ਤੇ ਆ ਅਤੇ ਇਸ ਤੋਂ ਨੈਕਸਟ ਜਿਹੜੀ ਸਾਡੀ ਲਾਈਨ ਹੈ, ਆਹ ਪਿਕਸਲ ਤਾਂ ਸਾਡਾ ਚਲੋ ਹੋ ਗਿਆ, ਠੀਕ ਹੈ। ਹੁਣ ਜਿਹੜੀ ਸਾਡੀ ਲਾਈਨ ਹੈ ਉਹ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਇਸ ਪਿਕਸਲ ਤੋਂ ਜਾਣੀ ਹੈ ਕਿ ਇਸ ਪਿਕਸਲ 'ਤੇ ਜਾਣੀ ਹੈ। ਮਤਲਬ ਇੱਥੋਂ ਤੁਸੀਂ ਅਗਲਾ ਪਿਕਸਲ ਇਹਨੂੰ ਚੂਜ਼ ਕਰੋਗੇ ਕਿ ਇਸ ਨੂੰ ਚੂਜ਼ ਕਰੋਗੇ। ਇੱਦਾਂ ਦੇ ਡਿਸੀਜ਼ਨਸ ਦੇ ਲਈ ਅਸੀਂ ਕੀ ਕਰਦੇ ਆਂਗੇ, ਅਸੀਂ ਤੁਹਾਡੇ ਇੱਕ ਪਿਕਸਲ ਤੋਂ ਦੂਸਰੇ ਪਿਕਸਲ ਦੇ ਵਿੱਚ ਵੀ ਕਿਹੜਾ ਪਿਕਸਲ ਲੱਗੇ ਉਹਦਾ ਗੈਪ ਫਾਈਂਡ ਆਊਟ ਕਰਦੇ ਹਾਂ। ਗੈਪ ਮਤਲਬ ਇੱਥੇ ਕੀ ਹੈ ਬੇਟਾ, ਧਿਆਨ ਨਾਲ ਦੇਖਿਓ। ਜਿਸ ਇਸੇ ਗੱਲ ਕਰੀਏ ਕਿ ਦੇਖੋ ਐਕਚੁਅਲ ਲਾਈਨ ਤੋਂ ਆਹ ਦੂਰੀ ਕਿੰਨੀ ਕੁ ਹੈ, ਇਹਨੂੰ ਅਸੀਂ T ਕਿਹਾ। ਆਹ ਵਾਲੀ ਜਿਹੜੀ ਦੂਰੀ ਹੈ ਉਹਨੂੰ ਅਸੀਂ ਸਪੋਜ਼ S ਕਿਹਾ। ਤਾਂ ਹੁਣ ਅਸੀਂ ਇਹ ਡਿਸਾਈਡ ਕਰਨਾ ਕਿ ਅਸੀਂ ਉੱਪਰਲੇ ਪਿਕਸਲ ਨੂੰ ਚੂਜ਼ ਕਰੀਏ ਜਾਂ ਨੀਚੇ ਵਾਲੇ ਪਿਕਸਲ ਨੂੰ ਚੂਜ਼ ਕਰੀਏ। ਉਹਦੇ ਲਈ ਸਾਨੂੰ ਡਿਸਟੈਂਸ ਫਾਈਂਡ ਆਊਟ ਕਰਨਾ ਪਊ ਕਿ ਜਿਹਦਾ ਡਿਸਟੈਂਸ ਘੱਟ ਹੈ, ਓਕੇ ਆ, ਮਤਲਬ ਜੋ ਨੀਅਰੈਸਟ ਹੋਊਗੀ, ਠੀਕ ਹੈ। ਜਿਹੜਾ ਡਿਸਟੈਂਸ ਘੱਟ ਹੁਣ ਇਹ ਨਾ ਸੋਚੋ ਕਿ ਡਾਇਗਰਾਮ 'ਚ ਆਪਾਂ ਨੂੰ ਦਿਖ ਰਿਹਾ ਕਿ T ਘੱਟ ਹੈ S ਵੱਧ ਹੈ, ਇੱਦਾਂ ਨਹੀਂ। ਹਮੇਸ਼ਾ ਲਾਈਨ ਦੀ ਕੈਲਕੂਲੇਸ਼ਨ ਕੀਤੀ ਜਾਂਦੀ ਹੈ ਕਿ ਜੋ ਤੁਹਾਨੂੰ ਨੀਅਰੈਸਟ ਲੱਗ ਰਿਹਾ ਤੁਸੀਂ ਉਸ ਨੂੰ ਚੂਜ਼ ਕਰੋ। ਹੁਣ ਸਪੋਜ਼ ਕਰੋ ਆਹ ਮੇਰਾ ਆਲਰੇਡੀ ਪਿਕਸਲ ਹੈਗਾ, ਫਿਰ ਮੇਰੀ ਲਾਈਨ ਹੈ ਜਿਹੜੀ ਨਾ 50-50 'ਚ ਨਿਕਲ ਰਹੀ ਹੈ, ਕੁਛ ਇਹਦੇ 'ਚੋਂ ਕੁਛ ਇਹਦੇ 'ਚ। ਹੁਣ ਮੈਂ ਚੂਜ਼ ਕਰਨਾ ਕਿ ਮੈਂ ਇਸ ਪਿਕਸਲ ਨੂੰ ਲੈਣਾ ਕਿ ਇਸ ਪਿਕਸਲ ਨੂੰ ਲੈਣਾ। ਤਾਂ ਉਹਦੇ ਲਈ ਮੈਨੂੰ ਲਾਈਨ ਦੇ ਅਕੋਰਡਿੰਗ ਨੀਅਰੈਸਟ ਪਿਕਸਲ ਫਾਈਂਡ ਆਊਟ ਕਰਨਾ। ਹੁਣ ਉਹ ਫਾਈਂਡ ਆਊਟ ਕਰਨ ਦੇ ਲਈ ਮੈਥਡ ਦੇਖੋ। ਜੇ ਹੁਣ ਆਪਾਂ ਦੇਖੀਏ ਬੇਟਾ ਦੋਨੋਂ ਹੀ ਪਿਕਸਲਸ ਦੇ ਵਿੱਚ ਕੀ ਹੈਗਾ, ਇਹਨਾਂ ਤੋਂ ਸਾਨੂੰ ਸ਼ੋਰ ਹੈ ਕਿ ਜਿਹੜਾ x ਹੈ, ਜੇ ਪਹਿਲਾਂ xi ਆ ਅਤੇ xi+1 ਮਤਲਬ x ਤੋਂ ਅਗਲਾ ਜਿਹੜਾ ਸਾਡਾ ਪਿਕਸਲ ਹੋਊਗਾ ਉਹ ਹਮੇਸ਼ਾ ਹੀ 1 ਆਊ। ਉਹ T ਨੂੰ ਚੂਜ਼ ਕਰੋ, S ਨੂੰ ਚੂਜ਼ ਕਰੋ, x ਤਾਂ ਹਮੇਸ਼ਾ ਹੀ ਇੱਕ ਵੱਧ ਰਿਹਾ, ਠੀਕ ਹੈ। ਡਿਸੀਜ਼ਨ ਸਾਡਾ ਡਿਪੈਂਡ ਕਰਦਾ ਹੈਗਾ y ਦੀ ਵੈਲਿਊ 'ਤੇ, ਕੀ ਅਸੀਂ y ਨੂੰ 1 ਨਾਲ ਵਧਾਈਏ ਜਾਂ y ਪੁਰਾਣੀ ਹੀ ਰੱਖੀਏ। ਉਹੀ ਡਿਸਾਈਡ ਕਰਨ ਲਈ ਅਸੀਂ TS ਨੂੰ ਫਾਈਂਡ ਆਊਟ ਕਰਦੇ ਹਾਂ ਕਿ ਸਾਡੇ ਨੀਅਰੈਸਟ ਕਿਹੜਾ ਵੇਰੀਏਬਲ ਹੈਗਾ, ਅਤੇ ਇਸ ਨੂੰ ਹੀ ਡਿਸਾਈਡ ਕਰਨ ਲਈ ਅਸੀਂ ਡਿਸੀਜ਼ਨ ਵੇਰੀਏਬਲ ਇਸ ਦੇ ਵਿੱਚ ਲੈ ਕੇ ਆਉਣੇ ਆ। ਕਲੀਅਰ ਹੈ। ਤਾਂ ਹੁਣ ਚੱਲ ਗਏ ਬੈਕ ਆਪਣਾ। ਫਿਰ ਤਾਂ ਇਹ ਜਿਹੜੀ ਐਗਜ਼ਾਮਪਲ ਹੈ, ਅੱਛਾ ਇੱਕ ਚੀਜ਼ ਮੰਨ ਕੇ ਚਲੋ ਬੇਟਾ, ਕੋਈ ਰੂਲ ਨਹੀਂ ਹੈ ਕਿ ਹਰ ਵਾਰ ਜਿਹੜੀ ਹੈਗੀ ਹੈ ਅਸੀਂ x ਹੀ ਇੱਕ ਵਧਾਈ ਜਾਵਾਂਗੇ, y ਨਹੀਂ ਵਧਣੀ। ਹੋ ਸਕਦਾ ਸੀ, ਦੇਖੋ ਇਹ ਤਾਂ ਪੋਜ਼ੀਟਿਵ ਸਲੋਪ ਦੀ ਲਾਈਨ ਹੈ ਤਾਂ ਕਰਕੇ ਅਸੀਂ x ਸੋਚ ਰਹੇ ਵੀ x 'ਤੇ ਇੰਕਰੀਮੈਂਟ ਹੋ ਹੀ ਰਿਹਾ, y ਅਸੀਂ ਡਿਸਾਈਡ ਕਰਨੀ ਆ। ਬਟ ਪੋਸੀਬਿਲਿਟੀ ਤਾਂ ਕੁਛ ਇੱਦਾਂ ਦੀ ਲਾਈਨ ਦੀ ਵੀ ਹੋ ਸਕਦੀ ਸੀਗੀ, ਹੈ ਕਿ ਨਹੀਂ। ਤਾਂ ਉਹਦੇ ਵਿੱਚ ਅਸੀਂ ਕੀ ਡਿਸਾਈਡ ਕਰਨਾ ਸੀਗਾ ਕਿ y ਤਾਂ ਸਾਨੂੰ ਸ਼ੋਰ ਹੋਣੀ ਸੀ ਕਿ ਸਾਡੀ ਵੱਧ ਰਹੀ ਹੈ, ਅਸੀਂ x ਡਿਸਾਈਡ ਕਰਨਾ ਸੀ ਕਿ x ਪਿਛਲਾ ਰੱਖੀਏ ਕਿ x ਦੂਸਰਾ ਮਤਲਬ ਉਸ ਤੋਂ ਅੱਗੇ ਵਾਲਾ ਰੱਖੀਏ। ਤਾਂ ਇਹ ਜਿਵੇਂ ਆਹ ਵਾਲੀ ਇੱਕ ਪੁਆਇੰਟ ਨੇ, ਦੇਖੋ ਆਹ ਲਾਈਨ ਦੇ ਥਰੂ ਮੈਂ ਇਹ ਵਾਲਾ ਪਿਕਸਲ ਚੂਜ਼ ਕਰਾਂ ਕਿ ਇਹ ਪਿਕਸਲ ਚੂਜ਼ ਕਰਾਂ, ਇਹ ਡਿਪੈਂਡ ਸਾਨੂੰ ਕਰੂ ਸਾਡੇ ਡਿਸੀਜ਼ਨ ਵੇਰੀਏਬਲ ਅਕੋਰਡਿੰਗ। ਹਾਲਾਂਕਿ ਤੁਹਾਨੂੰ ਬਾਅਦ ਦੇ ਵਿੱਚ ਬ੍ਰੈਸ਼ਨਹੈਮ ਐਲਗੋਰਿਦਮ ਦੀ ਇੱਕ ਜਰਨਲਾਈਜ਼ਡ ਫਾਰਮ ਵੀ ਕਰਵਾਉਂਗੀ। ਜਰਨਲਾਈਜ਼ ਤੋਂ ਮੇਰਾ ਮੀਨਿੰਗ ਹੈ ਬੇਟਾ, ਧਿਆਨ ਨਾਲ ਦੇਖੋ ਸਾਰੀਆਂ ਲਾਈਨਸ 'ਤੇ ਤਾਂ ਰੂਲ ਨਹੀਂ ਨਾ ਫੋਲੋ ਹੋ ਰਿਹਾ ਵੀ x ਇੱਕ ਵਧੂਗਾ। ਇੱਦਾਂ ਦੀ ਲਾਈਨ ਹੈ ਜਿਹਦੇ ਵਿੱਚ x ਦਾ ਡਿਫਰੈਂਸ ਵੱਧ ਹੈ। x ਦਾ ਡਿਫਰੈਂਸ ਵੱਧ ਉਦੋਂ ਹੋਊਗਾ ਜੇ ਲਾਈਨ 45 ਦੇ ਵਿੱਚ ਬਣ ਰਹੀ ਹੈ, ਇੰਨੇ ਐਂਗਲ ਦੇ ਵਿੱਚ।
ਇੰਨੇ ਐਂਗਲ 'ਚ ਬਣ ਰਹੀ ਹੈ, ਤੁਸੀਂ ਨੋਟ ਕਰਕੇ ਦੇਖਿਓ ਵਾਈ ਦਾ ਜਿਹੜਾ ਗੈਪ ਉਹ ਵਧੂਗਾ। ਠੀਕ ਹੈ, ਉਹੀ ਚੀਜ਼ਾਂ ਤਾਂ ਸਾਡੀਆਂ ਸਲੋਪ ਹੁੰਦੀਆਂ, ਇਹਨੂੰ ਧਿਆਨ ਨਾਲ ਆਪਦੇ ਮਾਈਂਡ 'ਚ ਬਣਾ ਕੇ ਦੇਖਿਓ ਕੁਛ ਡਾਇਗਰਾਮ ਦੀ ਤਰ੍ਹਾਂ। ਠੀਕ ਹੈ, ਬਟ ਇਹ ਜਿਹੜੀ ਬੁੱਕ ਆ ਇਹ ਸਾਰੀਆਂ ਪੁਆਇੰਟ ਆਫ ਵਿਊ ਤੋਂ ਐਲਗੋਰਿਦਮ ਨਹੀਂ ਤੁਹਾਨੂੰ ਕੱਢ ਕੇ ਦਿਖਾ ਰਹੀ। ਇੱਕ ਇਹਨਾਂ ਨੇ ਜਰਨਲਾਈਜ਼ ਦੀ ਜਿਹੜੀ ਤੁਹਾਨੂੰ ਐਗਜ਼ਾਮਪਲ ਸਮਝਾ ਰਹੀ ਹੈ ਇਹ ਬੁੱਕ, ਉਹ ਕਰਵਾ ਰਿਹਾ ਜਦੋਂ ਅਸੀਂ ਇਹ ਮੰਨ ਰਹੇ ਹਾਂ ਸਾਡਾ ਸਲੋਪ ਜਿਹੜਾ ਹੈ ਉਹ ਲੈਸ ਦੈਨ 1 ਆ। ਲੈਸ ਦੈਨ 1 ਮਤਲਬ ਸਮਝਦੇ ਹੋ ਨਾ, ਜਦੋਂ ਐਕਸ ਦਾ ਗੈਪ ਵੱਡਾ ਹੋਊਗਾ, ਕਿਉਂਕਿ ਐਕਸ ਅਸੀਂ ਲਿਖ ਦਿੰਦੇ ਹਾਂ ਡੈਲਟਾ ਵਾਈ ਬਟਾ ਡੈਲਟਾ ਐਕਸ ਸਲੋਪ ਦੇ ਵਿੱਚ, ਹੈ ਨਾ। ਅਤੇ ਐਮ ਸਾਡਾ ਵੱਡਾ 1 ਤਾਂ ਉਦੋਂ ਆਉਂਦਾ ਹੁੰਦਾ ਜੇ ਉੱਪਰਲੀ ਵੈਲਿਊ ਵੱਡੀ ਹੋਵੇ, ਨੀਚੇ ਵਾਲੀ ਵੈਲਿਊ ਵੱਡੀ ਹੋਵੇ, ਆਨਸਰ ਪੁਆਇੰਟਾਂ 'ਚ ਸਮਥਿੰਗ ਆਊਗਾ, ਪੁਆਇੰਟ ਸਮਥਿੰਗ, ਤਾਂ ਉਹ ਵੈਲਿਊ ਤੋਂ ਛੋਟੀ ਹੋਊਗੀ। ਅਤੇ ਇਹ ਬੁੱਕ ਸਿਰਫ ਪੋਜ਼ੀਟਿਵ ਸਲੋਪ ਦੀ ਗੱਲ ਕਰਕੇ ਬਣਾ ਰਹੀ ਹੈ, ਜਿਹਦੇ ਵਿੱਚ ਪੋਜ਼ੀਟਿਵ ਸਲੋਪ ਹੈ ਅਤੇ ਸਲੋਪ ਵੀ ਤੁਹਾਡਾ ਜਿਹੜਾ ਐਮ ਦਾ ਜਿਹੜਾ ਹੈ ਉਹ ਲੈਸ ਦੈਨ 1 ਹੈ। ਮਤਲਬ ਅਸੀਂ ਅੱਗੇ ਅੱਗੇ ਬਣਾਉਂਦੇ ਜਾ ਰਹੇ ਹਾਂ ਅਤੇ ਐਕਸ ਦੀ ਜਿਹੜੀ ਹੈ ਡਿਫਰੈਂਸ ਉਹ ਵੱਧਦੇ ਬਣ ਰਿਹਾ। ਕਲੀਅਰ ਹੈ, ਤਾਂ ਉਹਨਾਂ ਨੇ ਮੰਨਿਆ ਕਿ ਸਾਡੇ ਕੋਲ 2 ਪੁਆਇੰਟਸ ਆ ਬੇਟਾ, P1 P2, ਲਾਈਨ ਦੇ 2 ਐਂਡ ਪੁਆਇੰਟ ਆ P1 P2। ਠੀਕ ਹੈ, ਦੋਨਾਂ ਦੇ ਐਂਡ ਪੁਆਇੰਟਸ ਨੂੰ ਅਸੀਂ x1 y1 ਅਤੇ x2 y2 ਅਸੀਂ ਮੰਨ ਰਹੇ ਹਾਂ। ਹੁਣ ਅਸੀਂ ਲਾਈਨ ਡਰੋ ਕਰਨੀ ਆ, ਤਾਂ ਉਹ ਲਾਈਨ ਦੇ ਵਿੱਚ ਕੀ ਹੈਗਾ, ਕਿਵੇਂ ਕਿਵੇਂ ਪੁਆਇੰਟਸ ਤੁਸੀਂ ਜਿਹੜੇ ਨੇ ਸੈਂਪਲ ਕਰਨੇ ਆ, ਉਹ ਚੀਜ਼ ਹੀ ਅਸੀਂ ਦੇਖਾਂਗੇ। ਐਕਸ ਨੂੰ ਤਾਂ ਅਸੀਂ ਕਹਿਤਾ ਕਿ ਅਸੀਂ ਯੂਨਿਟ ਇੰਟਰਵਲ ਐਕਸ ਨੂੰ ਜਿਹੜਾ ਹੈ ਵਧਾਉਂਦੇ ਰਹਾਂਗੇ। ਤਾਂ ਹੁਣ ਟੂ ਦਾ ਪੁਆਇੰਟ ਜੇ ਅਸੀਂ ਸ਼ੁਰੂ ਕਰੀਏ ਤਾਂ ਇੱਕ ਪਿਕਸਲ ਤੋਂ ਦੂਜੇ ਪਿਕਸਲ ਚੂਜ਼ ਕਰਦੇ ਹੀ ਅਸੀਂ ਇਹ ਚੀਜ਼ ਕਰਨੀ ਕਿ ਅਸੀਂ ਲੋਅਰ 'ਤੇ ਰਹਿਣਾ ਕਿ ਅਪ ਵਾਲੀ ਲਾਈਨ 'ਤੇ ਜਾਣਾ। ਉਹ ਪਿਕਸਲ ਡਿਸਾਈਡ ਕਰਨ ਦੇ ਉਹ ਪਿਕਸਲ ਹੀ ਡਿਸਾਈਡ ਕਰਨ ਲਈ ਅਸੀਂ ਐਸ ਅਤੇ ਟੀ ਨੂੰ ਮੰਨ ਰਹੇ ਹਾਂ। ਇਹਨਾਂ ਕਿ ਜੇ ਬਾਟਮ ਵਾਲਾ ਪਿਕਸਲ ਲੈਣਾ ਤਾਂ ਅਸੀਂ ਐਸ ਮੰਨ ਰਹੇ ਹਾਂ, ਟਾਪ ਵਾਲਾ ਪਿਕਸਲ ਲੈਣਾ ਤਾਂ ਅਸੀਂ ਉਹਨੂੰ ਟੀ ਮੰਨ ਰਹੇ ਹਾਂ। ਕਿ ਪਿਕਸਲ ਟੀ ਹੋਵੇ ਜਾਂ ਪਿਕਸਲ ਐਸ ਹੋਵੇ, ਉਹਦੇ ਲਈ ਗੈਪ ਇਹਨਾਂ ਦਾ ਛੋਟੀ ਟੀ ਦੇ ਸਮੋਲ ਟੀ ਸਮੋਲ ਐਸ ਅਸੀਂ ਚੈੱਕ ਕਰਨਾ ਗਾ। ਕਲੀਅਰ, ਤਾਂ ਹੁਣ ਇਹ ਐਲਗੋਰਿਦਮ ਕੀ ਕਹਿ ਰਹੀ ਹੈ ਕਿ ਦੇਖੋ ਜੇ ਤਾਂ ਤੁਸੀਂ ਐਸ ਨੂੰ ਚੂਜ਼ ਕਰਦੇ ਹੋ ਤਾਂ ਤੁਹਾਨੂੰ ਸ਼ੋਰ ਹੈ ਕਿ ਐਕਸ ਇੱਕ ਵਧੂਗਾ, ਵਾਈ ਪੁਰਾਣੀ ਵਾਲੀ ਰਹਿਣੀ ਆ। ਠੀਕ ਹੈ, ਅਤੇ ਜੇ ਟੀ ਨੂੰ ਚੂਜ਼ ਕਰੋਗੇ ਫਿਰ ਆਪਾਂ ਕੀ ਕਹਾਂਗੇ, ਅਗਲਾ ਪੁਆਇੰਟ ਕਿਹੜਾ ਬਣੂਗਾ, ਐਕਸ ਇੱਕ ਵੱਧ ਕੇ ਬਣੂਗਾ, ਵਾਈ ਵੀ ਇੱਕ ਵੱਧ ਕੇ ਬਣੂਗੀ। ਠੀਕ ਹੈ, ਦੇਖੋ ਉੱਪਰ ਡਾਇਗਰਾਮ ਦੇ ਵਿੱਚ ਇਹੋ ਚੀਜ਼। ਹੁਣ ਇਸ ਨੂੰ ਮੈਂ ਦੱਸਦਾ ਕਿ ਬੇਟਾ ਨੈਕਸਟ ਪਿਕਸਲ ਮਤਲਬ ਅੱਜ ਮੈਂ ਇਸ ਪਿਕਸਲ 'ਤੇ ਹਾਂ, ਮੇਰਾ ਅਗਲਾ ਪਿਕਸਲ ਕਿਹੜਾ ਹੋਊਗਾ। ਜੇ ਮੈਂ ਐਸ ਨੂੰ ਚੂਜ਼ ਕਰਦੀ ਹਾਂ ਤਾਂ ਦੇਖੋ ਵਾਈ ਤਾਂ ਮੇਰੀ ਪੈਨ ਵਾਲੀ ਰਹਿ ਗਈ, ਐਕਸ ਇੱਕ ਵੱਧ ਗਿਆ। ਅਤੇ ਜੇ ਮੈਂ ਟੀ ਨੂੰ ਚੂਜ਼ ਕਰਦੀ ਹਾਂ ਤਾਂ ਫਿਰ ਆਪਾਂ ਕੀ ਨੋਟ ਕਰ ਰਹੇ ਹਾਂ, ਦੇਖੋ ਟੀ ਇੱਥੇ ਹੈ, ਯਾਨੀ ਕਿ ਐਕਸ ਵੀ ਇੱਕ ਇੰਕਰੀਜ਼ ਹੋਇਆ, ਵਾਈ ਵੀ ਇੱਕ ਇੰਕਰੀਜ਼ ਹੋਊਗਾ। ਤਾਂ ਇਹ ਚੀਜ਼ ਇੱਥੇ ਨੇ ਲਿਖੀ ਹੈ ਕਿ ਜੇ ਅਸੀਂ ਐਸ ਚੂਜ਼ ਕਰ ਰਹੇ ਹਾਂ ਤਾਂ ਸਾਡੇ ਕੋਆਰਡੀਨੇਟ ਐਕਸ ਦੇ ਕਿਵੇਂ ਬਣਨਗੇ। ਇੱਥੇ ਇੱਕ ਚੀਜ਼ ਫਿਰ ਨੋਟ ਕਰਨੀ ਬੇਟਾ, ਜੇ ਸਬਸਕ੍ਰਿਪਟ ਦੇ ਵਿੱਚ ਅਸੀਂ ਛੋਟਾ ਲਿਖ ਰਹੇ ਹਾਂ ਤਾਂ ਮਤਲਬ ਨੈਕਸਟ ਪਿਕਸਲ ਵਧਾਓ ਜਾਂ ਨਾ ਵਧਾਓ ਤੁਹਾਡੀ ਮਰਜ਼ੀ ਹੈ। ਐਕਸ ਦਾ ਅਗਲਾ ਪਿਕਸਲ ਇੱਕ ਵਧੂਗਾ, ਵਾਈ ਪੁਰਾਣੀ ਰਹਿ ਜੂਗੀ। ਐਕਸ ਦਾ ਅਗਲਾ ਪਿਕਸਲ ਜੇ ਟੀ ਚੂਜ਼ ਕਰਦੇ ਹਾਂ ਤਾਂ ਇੱਕ ਵਧੂਗਾ, ਵਾਈ ਵੀ ਇੱਕ ਵਧੂਗੀ। ਹੁਣ ਇਹਨਾਂ ਹੀ ਚੀਜ਼ਾਂ ਨੂੰ ਅਸੀਂ ਮੰਨ ਕੇ ਸਾਨੂੰ ਪਤਾ ਵੀ ਜਿਹੜਾ ਸਾਡੀ ਵਾਈ ਵਾਲੀ ਇਕੁਏਸ਼ਨ ਹੁੰਦੀ ਉਹ ਸਾਡੀ ਕੀ ਹੁੰਦੀ ਹੈ, ਐਮ ਐਕਸ ਪਲੱਸ ਬੀ। ਠੀਕ ਹੈ, ਐਕਸ ਤਾਂ ਹੁਣ ਸਾਨੂੰ ਸ਼ੋਰ ਹੈ ਕਿ ਜਿਹੜਾ ਸਾਡਾ ਅਗਲਾ ਐਕਸ ਆ ਉਹ ਕਿਹੜਾ ਹੈਗਾ, ਇੱਕ ਪਲੱਸ ਕਰਕੇ ਹੈਗਾ, ਉਹਦੀ ਅਸੀਂ ਵੈਲਿਊ ਪੁੱਟ ਕਰਤੀ, ਐਕਸ ਦੀ ਵੈਲਿਊ ਅਸੀਂ ਇੱਥੇ ਪੁੱਟ ਕਰਤੀ। ਪੁੱਟ ਕਰਨ ਤੋਂ ਬਾਅਦ ਹੁਣ ਸਾਨੂੰ ਇਹ ਵੀ ਪਤਾ ਕਿ ਜਿਹੜਾ ਸਾਡਾ ਡਿਸਟੈਂਸ ਆ ਐਕਚੁਅਲ ਲਾਈਨ ਤੋਂ ਐਸ ਦਾ, ਚੈੱਕ ਕਰੋ। ਮੰਨ ਲਓ ਮੇਰਾ ਐਕਚੁਅਲ ਲਾਈਨ ਜਿਹੜੀ ਪੁੱਤ ਹੈਗੀ ਹੈ ਇਹ ਵਾਈ ਆ। ਠੀਕ ਹੈ, ਅਤੇ ਐਸ ਦਾ ਜਿਹੜਾ ਡਿਸਟੈਂਸ ਆ, ਇਹ ਡਿਸਟੈਂਸ ਮੇਰਾ ਕੀ ਹੋ ਗਿਆ, ਇਹ ਹੋ ਗਿਆ ਵਾਈ ਮਾਈਨਸ ਵਾਈ ਆਈ। ਅਤੇ ਟੀ ਦਾ ਮੇਰਾ ਕੀ ਬਣੂਗਾ, ਵਾਈ ਆਈ ਪਲੱਸ 1 ਮਾਈਨਸ ਵਾਈ। ਇਹੋ ਚੀਜ਼ ਤੁਹਾਨੂੰ ਅਸੀਂ ਮੈਂਸ਼ਨ ਕਰਨੀ ਹੈ ਕਿ ਜੇ ਮੈਂ ਐਸ ਨੂੰ ਚੂਜ਼ ਕਰ ਰਹੀ ਹਾਂ ਤਾਂ ਮੇਰਾ ਡਿਸਟੈਂਸ ਹੋਊਗਾ, ਵਾਈ ਦੇ ਡਿਸਟੈਂਸ ਦੀ ਗੱਲ ਕਰ ਰਹੇ ਐਕਸ ਦੀ ਨਹੀਂ, ਤਾਂ ਵਾਈ ਡਾਇਰੈਕਸ਼ਨ ਦੇ ਵਿੱਚ ਮੇਰਾ ਡਿਸਟੈਂਸ ਹੋਊਗਾ ਵਾਈ ਮਾਈਨਸ ਵਾਈ ਆਈ। ਅਤੇ ਜੇਕਰ ਮੈਂ ਟੀ ਨੂੰ ਚੂਜ਼ ਕਰ ਰਹੀ ਹਾਂ ਤਾਂ ਮੇਰਾ ਡਿਸਟੈਂਸ ਜੋ ਹੋਊਗਾ ਉਹ ਹੋਊਗਾ ਵਾਈ ਆਈ ਪਲੱਸ 1 ਮਾਈਨਸ ਵਾਈ। ਇੱਥੇ ਪਲੱਸ 1 ਵੱਡਾ, ਯਾਨੀ ਕਿ ਜਦੋਂ ਅਗਲਾ ਪਿਕਸਲ ਦੀ ਗੱਲ ਕਰ ਰਹੇ ਹਾਂ ਅਸੀਂ। ਹੁਣ ਅਸੀਂ ਚੈੱਕ ਕਰਨਾ ਕਿ ਇਹਨਾਂ ਦਾ ਜਿਹੜਾ ਡਿਫਰੈਂਸ ਹੈ ਕਿਹਦਾ ਵੱਡਾ ਕਿਹਦਾ ਛੋਟਾ, ਤਾਂ ਅਸੀਂ ਐਸ ਮਾਈਨਸ ਟੀ ਕੱਢ ਕੇ ਦੇਖ ਲਾਂਗੇ। ਹੁਣ ਐਸ ਮਾਈਨਸ ਟੀ ਕਰ ਰਹੇ ਹੈਗੇ, ਓਕੇ। ਐਸ ਮਾਈਨਸ ਟੀ ਦੇ ਲਈ ਐਸ ਦੀ ਵੈਲਿਊ ਭਰੋ, ਜਿਹੜੀ ਬੈਕ ਦੀ ਇਕੁਏਸ਼ਨ 'ਚ ਟੀ ਦੀ ਵੈਲਿਊ ਜਿਹੜੀ ਅਸੀਂ ਇੱਥੇ ਕੱਢੀ ਹੋਈ ਆ। ਹੁਣ ਸੁਣੋ ਬੇਟਾ ਦੁਬਾਰਾ, ਐਸ ਦੀ ਵੈਲਿਊ ਅਸੀਂ ਇੱਥੇ ਡਿਸਾਈਡ ਕੀਤੀ ਸੀ, ਐਸ ਦੀ ਵੈਲਿਊ ਕੀ ਹੈ, ਉਵੇਂ ਹੀ ਅਸੀਂ ਨੈਕਸਟ ਪੇਜ ਦੇ ਉੱਪਰ ਟੀ ਦੀ ਵੈਲਿਊ ਡਿਸਾਈਡ ਕੀਤੀ। ਐਸ ਮਾਈਨਸ ਟੀ ਕਰ ਰਹੇ ਹਾਂ ਤਾਂ ਇੱਕ ਵਾਰ ਐਸ ਦੀ ਵੈਲਿਊ ਭਰੋ, ਮਾਈਨਸ ਪਾ ਕੇ ਫਿਰ ਟੀ ਦੀ ਵੈਲਿਊ ਭਰੋ, ਉਹਨੂੰ ਕੈਲਕੂਲੇਟ ਕਰੋਗੇ ਤਾਂ ਤੁਹਾਡੇ ਕੋਲ 2y ਮਾਈਨਸ 2y i ਮਾਈਨਸ 1 ਆ ਜਾਊਗਾ। ਜੇ ਕੈਲਕੂਲੇਸ਼ਨ ਦੇ ਵਿੱਚ ਕੋਈ ਡਾਊਟ ਹੋ ਤਾਂ ਮੈਨੂੰ ਦੱਸੋ, ਮੈਂ ਕੈਲਕੂਲੇਸ਼ਨਸ ਨਹੀਂ ਕਰ ਰਹੀ, ਅਦਰਵਾਈਜ਼ ਵੀਡੀਓ ਦੀ ਲੈਂਥ ਬਹੁਤ ਜਾਊਗੀ। ਨੈਕਸਟ, ਹੁਣ ਅਸੀਂ ਐਸ ਮਾਈਨਸ ਟੀ ਕੈਲਕੂਲੇਟ ਕਰ ਲਿਆ। ਠੀਕ ਹੈ, ਹੁਣ ਐਸ ਮਾਈਨਸ ਟੀ ਦਾ ਆਂਸਰ ਜਿਹੜਾ ਹੈ ਬੇਟਾ ਦੇਖੋ, ਜਾਂ ਤਾਂ ਉਹ ਆਇਆ ਹੋਊਗਾ ਲੈਸ ਦੈਨ 0 ਜਾਂ 0 ਅਤੇ ਜਾਂ ਆਊਗਾ ਗ੍ਰੇਟਰ ਦੈਨ 0।
ਜੇ ਉਹ ਲੈਸ ਦੈਨ 0 ਆ ਰਿਹਾ ਇਹਦਾ ਮਤਲਬ ਨੰਬਰ ਨੈਗੇਟਿਵ 'ਚ ਆਊਗਾ। ਨੈਗੇਟਿਵ ਉਦੋਂ ਆਊ ਜਦੋਂ ਟੀ ਵਾਲਾ ਡਿਸਟੈਂਸ ਵੱਡਾ, ਯਾਨੀ ਕਿ ਐਸ ਛੋਟਾ, ਐਸ ਨੇੜੇ ਆ ਸਾਡੇ। ਠੀਕ ਹੈ, ਦੁਬਾਰਾ ਇਸ ਚੀਜ਼ ਨੂੰ ਸਮਝੋ। ਅਸੀਂ ਐਸ ਮਾਈਨਸ ਟੀ ਕੱਢਿਆ, ਮਤਲਬ ਡਿਫਰੈਂਸ ਹੀ ਕੱਢਿਆ ਨਾ ਅਸੀਂ ਐਸ ਤੇ ਟੀ ਦਾ। ਜਦੋਂ ਕੱਢਿਆ, ਸਿੰਪਲ ਜੀ ਗੱਲ ਆ ਇੱਕ ਲਾਈਨ ਹੈ। ਠੀਕ ਹੈ, ਆ ਇੱਕ ਲਾਈਨ ਹੈ ਪੁੱਤ। ਮੈਂ ਤੁਹਾਨੂੰ ਕਹਤਾ ਵੀ ਜਿਹੜਾ ਐਸ ਹੈ ਵੀ ਉਹ ਤਾਂ 10 ਦੀ ਦੂਰੀ 'ਤੇ ਆ, ਜਿਹੜਾ ਆ ਟੀ ਹੈ ਤੁਹਾਡਾ ਉਹ 20 ਦੀ ਦੂਰੀ 'ਤੇ ਆ। ਤੇ ਆਪਾਂ ਕੱਢਿਆ ਸੀ ਐਸ ਮਾਈਨਸ ਟੀ। ਐਸ ਮਾਈਨਸ ਟੀ ਕਰ ਰਹੇ ਹਾਂ ਤਾਂ 10 ਮਾਈਨਸ 20 ਆਇਆ, ਆਂਸਰ ਆ ਜਾਊਗਾ ਮਾਈਨਸ ਦੇ 10। ਮਾਈਨਸ ਦੀ ਵੈਲਿਊ ਹਮੇਸ਼ਾ ਇੱਕ ਤੋਂ ਛੋਟੀ ਹੁੰਦੀ ਹੈ। ਇੱਥੋਂ ਪਤਾ ਲੱਗ ਜਾਂਦਾ ਨਾ ਸਾਨੂੰ ਕਿ ਐਸ ਵੱਡਾ ਸੀ ਕਿ ਟੀ ਵੱਡੀ ਸੀ। ਤਾਂ ਐਸ ਮਾਈਨਸ ਟੀ ਜਦੋਂ ਅਸੀਂ ਕਰਦੇ ਹਾਂ, ਜੇ ਉਹ ਲੈਸ ਦੈਨ 0 ਆਉਂਦੀ ਹੈ ਇਹਦਾ ਮਤਲਬ ਐਸ ਤੁਹਾਡਾ ਨੇੜੇ ਆ। ਠੀਕ ਹੈ, ਐਸ ਕਲੋਜ਼ਰ ਹੈ। ਤੇ ਜੇ ਐਸ ਮਾਈਨਸ ਟੀ ਕਰਨ ਤੋਂ ਬਾਅਦ ਵੈਲਿਊ ਗ੍ਰੇਟਰ ਦੈਨ 0 ਆ ਰਹੀ ਹੈ ਇਹਦਾ ਮਤਲਬ ਟੀ ਨੇੜੇ ਆ। ਤੇ ਜੇ ਇਕੁਅਲ ਟੂ 0 ਆ ਰਿਹਾ ਇਹਦਾ ਮਤਲਬ ਦੋਨੇ ਹੀ ਬਹੁਤ ਇਕੁਅਲ ਡਿਸਟੈਂਸ ਤੇ ਹੈਗੇ ਆ। ਹੁਣ ਐਸ ਮਾਈਨਸ ਟੀ ਦੀ ਜੋ ਅਸੀਂ ਇੱਥੇ ਕੈਲਕੂਲੇਸ਼ਨ ਕੀਤੀ ਹੈ ਉਸ ਦੇ ਵਿੱਚ ਆਪਾਂ ਵੈਲਿਊਜ਼ ਪੁੱਟ ਕਰਨੀਆਂ। ਕਿਵੇਂ ਕਰਨੀਆਂ? ਹੁਣ ਆਪਾਂ ਸਾਡੇ ਕੋਲ ਆਇਆ ਸੀ ਆਹ ਵਾਲੀ ਇਕੁਏਸ਼ਨ, ਇਹਦੇ 'ਚ y ਦੀ ਵੈਲਿਊ ਪੁੱਟ ਕਰ ਦਿਓ। ਤੇ ਕਿਉਂ y ਦੀ ਵੈਲਿਊ ਆਪਾਂ ਬੈਕ 'ਤੇ ਚੈੱਕ ਕਰੋ, ਅਸੀਂ ਆਲਰੇਡੀ ਕੈਲਕੂਲੇਟ ਕੀਤੀ ਹੋਈ ਹੈ ਕਿ y ਤੁਹਾਡੀ ਕੀ ਹੈ। ਤਾਂ y ਦੀ ਵੈਲਿਊ ਸਾਡੇ ਕੋਲ ਆ ਤੁਸੀਂ ਕੈਲਕੂਲੇਟ ਕਰ ਚੁੱਕੇ ਹੋ ਆਲਰੇਡੀ। ਐਮ ਐਕਸ ਪਲਸ ਵੀ ਹੁੰਦਾ ਤੇ ਐਕਸ ਦਾ ਅਗਲਾ ਪਿਕਸਲ ਸਾਡਾ +1 ਹੈ, ਤਾਂ ਉਸ ਅਕੋਰਡਿੰਗ ਸੇ ਵੈਲਿਊ ਲਈ ਹੋਈ ਹੈ। ਐਸੇ ਵੈਲਿਊ ਨੂੰ ਤੁਸੀਂ ਉਹਦੇ ਵਿੱਚ ਪੁੱਟ ਕਰੋ। ਠੀਕ ਹੈ, ਪੁੱਟ ਕਰਨ ਤੋਂ ਬਾਅਦ ਜਦੋਂ ਤੁਸੀਂ ਇਸ ਵੈਲਿਊ ਨੂੰ ਸੋਲਵ ਕਰੋਗੇ ਤੁਹਾਡੇ ਕੋਲ ਕੁਝ ਇੱਦਾਂ ਦਾ ਆਂਸਰ ਆ ਜਾਊਗਾ। ਹੁਣ ਤੁਹਾਨੂੰ ਐਮ ਦੀ ਵੈਲਿਊ ਵੀ ਪਤਾ ਹੁੰਦੀ ਹੈ ਕਿ ਐਮ ਸਾਡਾ ਹੁੰਦਾ ਡੈਲਟਾ ਵਾਈ ਬਟਾ ਡੈਲਟਾ ਐਕਸ। ਤਾਂ ਇੱਥੇ ਡੈਲਟਾ ਵਾਈ ਬਟਾ ਡੈਲਟਾ ਐਕਸ ਦੀ ਵੀ ਐਸੇ ਦੇ ਵਿੱਚ ਵੈਲਿਊ ਭਰ ਕੇ ਦੇਖੋ, ਤੁਹਾਡੇ ਕੋਲ ਕੁਝ ਇੱਦਾਂ ਦਾ ਆਂਸਰ ਆ ਜਾਊਗਾ ਐਸ ਮਾਈਨਸ ਟੀ। ਇੱਥੋਂ ਤੱਕ ਅਸੀਂ ਐਸ ਮਾਈਨਸ ਟੀ ਹੀ ਕੈਲਕੂਲੇਟ ਕੀਤਾ। ਠੀਕ ਹੈ, ਅਸੀਂ ਸਿੰਪਲੀ ਗੱਲ ਮੰਨ ਕੇ ਚੱਲ ਰਹੇ ਹਾਂ। ਅਸੀਂ ਐਸ ਕੱਢ ਲਿਆ ਸਾਡਾ ਕੀ ਹੈ, ਅਸੀਂ ਟੀ ਕੱਢ ਲਿਆ ਕੀ ਹੈ, ਵਾਈ ਸਾਨੂੰ ਪਤਾ ਸਾਡੀ ਕੀ ਹੈ, ਐਮ ਸਾਨੂੰ ਪਤਾ ਕੀ ਹੈ। ਹੁਣ ਅਸੀਂ ਇਹ ਚੂਜ਼ ਕਰ ਲਿਆ ਸੀ ਕਿ ਜੇ ਤਾਂ ਵੀ ਐਸ ਚੂਜ਼ ਕਰਦੇ ਹਾਂ ਤਾਂ ਵਾਈ ਨੂੰ ਅਸੀਂ ਪੁਰਾਣੀ ਵਾਲੀ ਮੰਨਾਂਗੇ। ਜੇ ਅਸੀਂ ਟੀ ਚੂਜ਼ ਕਰਦੇ ਹਾਂ ਤਾਂ ਵਾਈ ਸਾਡੀ +1 ਹੋਊਗੀ। ਇਸੇ ਅਕੋਰਡਿੰਗ ਸਾਡੇ ਕੋਲ ਦੋ ਵੈਲਿਊਜ਼ ਬਣੀਆਂ ਸੀ, ਉਹ ਡਿਫਰੈਂਸ ਅਸੀਂ ਕੱਢਿਆ ਸੀ। ਐਮ ਦੀ ਵੈਲਿਊ ਮਤਲਬ ਲੈਣ ਤੋਂ ਬਾਅਦ ਫਿਰ ਅਸੀਂ ਇੱਕ ਡਿਸੀਜ਼ਨ ਵੇਰੀਏਬਲ ਇੰਟਰੋਡਿਊਸ ਕਰ ਰਹੇ ਹਾਂ। ਠੀਕ ਹੈ, ਤੇ ਇਸ ਡਿਸੀਜ਼ਨ ਵੇਰੀਏਬਲ ਦੇ ਵਿੱਚ ਅਸੀਂ ਡੈਲਟਾ ਨਾਲ ਮਲਟੀਪਲਾਈ ਵੀ ਕਰਾਂਗੇ। ਉਹਦਾ ਰੀਜ਼ਨ ਇਹ ਹੈ ਬੇਟਾ ਕਿ ਅਸੀਂ ਕੋਈ ਵੀ ਆਂਸਰ ਪੁਆਇੰਟਾਂ ਦੇ ਵਿੱਚ ਚਾਹੁੰਦੇ ਨਹੀਂ। ਤਾਂ ਆਹ ਜਿਹੜਾ ਆ ਰਿਹਾ ਸਾਡੇ ਕੋਲ ਨੀਚੇ, ਜੇ ਓਬੀਅਸ ਡਿਵੀਜ਼ਨ ਹੋਊ ਜੇ ਨੀਚੇ ਰਹੂਗਾ, ਇਹਨੂੰ ਕੈਂਸਲ ਕਰਨ ਦੇ ਲਈ ਅਸੀਂ ਇੱਕ ਡੈਲਟਾ ਐਕਸ ਇੰਟਰੋਡਿਊਸ ਕਰਤਾ ਐਸ ਮਾਈਨਸ ਟੀ ਦੇ ਵਿੱਚ। ਤਾਂ ਉਹੀ ਚੀਜ਼ ਨੂੰ ਤੁਸੀਂ ਦੁਬਾਰਾ ਫਿਰ ਸੋਲਵ ਕਰਨਾ ਹੈਗਾ। ਅਸੀਂ ਕਹਿੰਦੇ ਡੈਲਟਾ ਐਕਸ ਐਸ ਮਾਈਨਸ ਟੀ ਦੀ ਤੁਹਾਡੀ ਉੱਪਰਲੀ ਵੈਲਿਊ ਇੱਥੇ ਪੁੱਟ ਕਰੋਗੇ, ਸੋਲਵ ਕਰੋਗੇ ਤਾਂ ਆਹ ਜਿਹੜਾ ਡੈਲਟਾ ਐਕਸ ਹੈ ਇੱਧਰੋਂ ਕੈਂਸਲ ਹੋ ਜਾਊਗਾ ਨੀਚੇ ਵਾਲਾ। ਠੀਕ ਹੈ, ਕੁਛ ਇੱਦਾਂ ਦਾ ਤੁਹਾਡੇ ਕੋਲ ਆਂਸਰ ਬਣ ਗਿਆ। ਹੁਣ ਉਸ ਤੋਂ ਬਾਅਦ ਫਿਰ ਕੈਲਕੂਲੇਸ਼ਨਸ ਜੇ ਤੁਸੀਂ ਕਰੋਗੇ ਤਾਂ ਜੋ ਤੁਹਾਡੀ ਆਹ ਵਾਲੀ ਵੈਲਿਊਜ਼ ਨੇ 2 ਡੈਲਟਾ ਵਾਈ +2 ਡੈਲਟਾ ਐਕਸ ਬੀ ਮਾਈਨਸ ਡੈਲਟਾ ਐਕਸ, ਇਹਨਾਂ ਤਿੰਨਾਂ ਨੂੰ ਅਸੀਂ ਸੀ ਮੰਨ ਲਿਆ। ਸੀ ਦਾ ਮਤਲਬ ਅਸੀਂ ਇੱਕ ਕੌਨਸਟੈਂਟ ਵੈਲਿਊ ਮੰਨ ਕੇ ਚੱਲ ਪਏ। ਸਮ ਨੂੰ ਸਿੰਪਲੀਫਾਈ ਕਰਨ ਦੇ ਲਈ ਅਸੀਂ ਮੰਨ ਲਿਆ ਕਿ ਇਹਨਾਂ ਸਾਰਿਆਂ ਨੂੰ ਅਸੀਂ ਇੱਕ ਸੀ ਮੰਨਦੇ ਹਾਂ। ਠੀਕ ਹੈ, ਈਜ਼ੀ ਕਰਨ ਦੇ ਲਈ। ਤਾਂ ਹੁਣ ਹੋਇਆ ਕਿ ਉਸ ਤੋਂ ਬਾਅਦ ਫਿਰ ਹੁਣ ਤੁਸੀਂ ਕੀ ਕਰਨਾ, ਅਸੀਂ ਹਜੇ ਤੱਕ ਇੱਕ ਡਿਸੀਜ਼ਨ ਵੇਰੀਏਬਲ ਡੀ ਆਈ ਇੰਟਰੋਡਿਊਸ ਕੀਤਾ। ਇੱਕ ਡਿਸੀਜ਼ਨ ਜੇ ਡੀ ਆਈ ਆ, ਅਗਲਾ ਡਿਸੀਜ਼ਨ ਕਿਹੜਾ ਹੋਊਗਾ ਡੀ ਆਈ +1। ਡੀ ਆਈ +1 ਕਰੋ। ਹੁਣ ਡੀ ਆਈ +1 ਕਿਵੇਂ ਕਰੋਗੇ? ਆਈ ਵਾਲੀ ਜਿਹੜੀ ਆਂਸਰ ਸਾਡੇ ਕੋਲ ਆਇਆ ਸੀ, ਠੀਕ ਹੈ, ਅਸੀਂ ਇਸ ਨੂੰ ਸਿੰਪਲੀਫਾਈ ਕਰ ਲਈ। ਆਹ ਚੀਜ਼ਾਂ ਤਾਂ ਕੱਟਦੀਆਂ ਸੀ ਨਾ ਸਾਰੀਆਂ ਨੂੰ, ਅਸੀਂ ਸੀ ਮੰਨ ਲਿਆ ਸੀ, ਕੌਨਸਟੈਂਟ ਵੈਲਿਊ ਮੰਨ ਲਈ ਸੀ। ਠੀਕ ਹੈ, ਹੁਣ ਡੀ ਆਈ ਸੀ, ਹੁਣ ਡੀ ਆਈ +1 ਕੀ ਹੋਊਗਾ? ਜਿੱਥੇ ਜਿੱਥੇ ਬੇਟਾ ਤੁਹਾਡਾ ਐਕਸ ਆਈ ਸੀਗਾ, ਠੀਕ ਹੈ, ਤੇ ਵਾਈ ਆਈ ਸੀ, ਉੱਥੇ +1 ਕਰਕੇ ਅਸੀਂ ਆਂਸਰ ਕੈਲਕੂਲੇਟ ਕਰਾਂਗੇ। ਨੈਕਸਟ ਵਾਲੇ ਨੂੰ ਅਸੀਂ +1 ਪਾ ਕੇ ਕਰ ਲਿਆ। ਠੀਕ ਹੈ, ਹੁਣ ਅਸੀਂ ਡੀ ਆਈ ਅਤੇ ਡੀ ਆਈ +1 ਦੇ ਵਿੱਚ ਡਿਫਰੈਂਸ ਕੱਢਾਂਗੇ। ਤਾਂ ਉਹ ਦੋਨਾਂ ਦੀ ਵੈਲਿਊ ਇੱਥੇ ਡੀ ਆਈ ਵਾਲੀ ਵੈਲਿਊ ਅਤੇ ਇਹਦੀ ਵਾਲੀ ਵੈਲਿਊ ਦੋਨੇ ਤੁਸੀਂ ਜਿਹੜੀਆਂ ਵੈਲਿਊਜ਼ ਨੇ ਉਹ ਕਰੋ ਪੁੱਟ। ਜਦੋਂ ਸੋਲਵ ਕਰੋਗੇ ਬੇਟਾ ਸੀ ਤਾਂ ਤੁਹਾਡੀ ਕੈਂਸਲ ਹੀ ਹੋ ਜੂ, ਇੱਕ ਸੀ ਮਾਈਨਸ ਚਲੀ ਜਾਊਗੀ, ਕੈਂਸਲ ਹੋ ਜੂਗੀ, ਬਾਕੀ ਕੁਝ ਇੱਦਾਂ ਦਾ ਤੁਹਾਡੇ ਕੋਲ ਜਿਹੜਾ ਆਂਸਰ ਹੈ ਉਹ ਰਹਿ ਜੂਗਾ। ਕਲੀਅਰ? ਇੰਨਾ ਕਰਨ ਤੋਂ ਬਾਅਦ ਤੁਹਾਡੇ ਕੋਲ ਆ ਗਿਆ ਡੀ ਆਈ ਦੇ ਦੋਨੇ ਮਤਲਬ ਜਿਹੜੇ ਡਿਸੀਜ਼ਨ ਵੇਰੀਏਬਲਸ ਨੇ ਉਹਨਾਂ ਦਾ ਡਿਫਰੈਂਸ ਇੱਕ ਪੁਆਇੰਟ ਦਾ, ਅਤੇ ਉਦੋਂ ਅਗਲੇ ਪੁਆਇੰਟ ਦੇ ਡਿਸੀਜ਼ਨ ਵੇਰੀਏਬਲ ਦਾ ਡਿਫਰੈਂਸ ਵੀ ਅਸੀਂ ਕੱਢ ਲਿਆ। ਅਸੀਂ ਐਸ ਮਾਈਨਸ ਟੀ ਕੱਢਿਆ, ਫਿਰ ਇੱਕ ਡਿਸੀਜ਼ਨ ਵੇਰੀਏਬਲ ਲਿਆ, ਡਿਸੀਜ਼ਨ ਵੇਰੀਏਬਲ ਵੀ ਉਸ ਤੋਂ ਅਗਲਾ ਵੀ ਲੈ ਕੇ ਦੋਨਾਂ ਦਾ ਡਿਫਰੈਂਸ ਜੋ ਕੈਲਕੂਲੇਟ ਕੀਤਾ। ਹੁਣ ਸਾਨੂੰ ਇੰਨਾ ਸ਼ੋਰ ਹੈ ਇਸ ਇਕੁਏਸ਼ਨ ਦੇ ਵਿੱਚ ਕਿ ਐਕਸ ਆਈ +1 ਮਤਲਬ ਐਕਸ ਦੀ ਅਗਲੀ ਵੈਲਿਊ ਹਮੇਸ਼ਾ ਹੀ ਇੱਕ ਵੱਧ ਕੇ ਰਹਿਣੀ ਹੈ। ਬੇਸ਼ੱਕ ਅਸੀਂ ਐਸ ਚੂਜ਼ ਕਰਗੇ, ਬੇਸ਼ੱਕ ਟੀ ਚੂਜ਼ ਕਰਗੇ, ਇਹਦਾ ਮਤਲਬ ਐਸੀ ਇਕੁਏਸ਼ਨ ਦੇ ਵਿੱਚ ਐਕਸ ਦੀ ਵੈਲਿਊ ਨੂੰ ਤਾਂ ਕਰ ਦਿਓ ਚੇਂਜ। ਤਾਂ ਚੈੱਕ ਕਰੋ ਨੈਕਸਟ ਪੇਜ 'ਤੇ ਜਦੋਂ ਅਸੀਂ ਐਕਸ ਦੀ ਵੈਲਿਊ ਚੇਂਜ ਕਰਦੇ ਹਾਂ, ਸਾਡੇ ਅਸੀਂ ਇੱਥੇ ਐਕਸ ਦੀ ਵੈਲਿਊ ਪੁੱਟ ਕਰਤੀ। ਕੈਲਕੂਲੇਸ਼ਨਸ ਕਰੋਗੇ ਤਾਂ ਕੁਛ ਇੱਦਾਂ ਦੀ ਤੁਹਾਡੇ ਕੋਲ ਇਕੁਏਸ਼ਨ ਬਣ ਜੂਗੀ। ਹੁਣ ਵਾਈ ਆਈ +1
ਦੀ ਵੈਲਿਊ ਸਾਨੂੰ ਪੁੱਟ ਕਰਨੀ ਪਊ, ਬਟ ਉਹ ਪੁੱਟ ਕਰਨ ਲਈ ਅਸੀਂ ਟੀ ਦੇ ਇਸ ਅਕੋਰਡਿੰਗ ਚੱਲਾਂਗੇ ਕਿ ਜੇ ਤਾਂ ਅਸੀਂ ਪਿਕਸਲ ਟੀ ਚੂਜ਼ ਕਰਦੇ ਹਾਂ, ਟੀ ਉਦੋਂ ਚੂਜ਼ ਕਰਾਂਗੇ ਜਦੋਂ ਸਾਡਾ ਪਹਿਲਾਂ ਵਾਲਾ ਜਿਹੜਾ ਡਿਸੀਜ਼ਨ ਵੇਰੀਏਬਲ ਸੀ ਉਹ ਗ੍ਰੇਟਰ ਦੈਨ 0 ਆਇਆ ਹੋਊਗਾ। ਉਹ ਗ੍ਰੇਟਰ ਦੈਨ 0 ਆਇਆ ਹੋਊਗਾ ਤਾਂ y ਅਗਲਾ ਪੁਆਇੰਟ ਹੋਊਗੀ। ਤਾਂ ਇਸ ਕਰਕੇ ਇੱਥੇ y ਦੀ ਵੈਲਿਊ +1 ਪਾ ਕੇ ਕਰ ਦਿਓ। ਠੀਕ ਹੈ, ਕੈਲਕੂਲੇਸ਼ਨਸ ਕਰੋਗੇ ਤਾਂ ਤੁਹਾਡੇ ਕੋਲ ਇਹ ਵਾਲਾ ਆਂਸਰ ਨਿਕਲੂਗਾ। ਅੱਛਾ, ਇਹ ਐਸੀ ਇਕੁਏਸ਼ਨ ਦੀ ਗੱਲ ਕਰ ਰਹੇ ਉਦੋਂ ਡੀ ਆਈ ਇੱਧਰ ਸੀ ਬੇਟਾ, ਇੰਨਾ ਤੁਹਾਨੂੰ ਪਤਾ ਕਿ ਜੇ ਆਪਾਂ ਇੱਧਰੋਂ ਕੋਈ ਚੀਜ਼ ਉੱਧਰ ਲੈ ਜਾਂਦੇ ਇਕੁਅਲ ਦੇ ਸਾਈਡ ਤਾਂ ਉਹ ਇੱਧਰ ਆ ਕੇ ਪਲੱਸ 'ਚ ਬਣ ਜਾਂਦੀ ਹੈ। ਠੀਕ ਹੈ, ਤਾਂ ਅਸੀਂ ਫਿਰ ਉਹੀ ਇਕੁਏਸ਼ਨ ਐਸੀ ਇਕੁਏਸ਼ਨ ਦੇ ਵਿੱਚ ਇੱਕ ਵਾਰ ਅਸੀਂ ਫਿਰ y ਦੀ ਵੈਲਿਊ ਭਰਾਂਗੇ। ਉਦੋਂ ਅਸੀਂ ਭਰਾਂਗੇ ਜੇ ਅਸੀਂ ਇਸ ਪਿਕਸਲ ਨੂੰ ਚੂਜ਼ ਕਰ ਰਹੇ ਤਾਂ ਅਸੀਂ ਮੰਨਾਂਗੇ ਕਿ ਸਾਡੀ y ਦੀ ਅਗਲੀ ਵੈਲਿਊ ਜਿਹੜੀ ਹੈਗੀ ਆ ਉਹ yi ਹੀ ਰਹੂਗੀ। ਉਸੇ ਇਕੁਏਸ਼ਨ ਦੇ ਵਿੱਚ ਵੈਲਿਊ ਬੜੋ, ਬਟ ਇੱਥੇ ਇੱਕ ਚੀਜ਼ ਨੋਟ ਕਰ ਲਿਓ ਬੇਟਾ, ਆ ਮਾਈਨਸ ਨਹੀਂ ਹੈ, ਇੱਥੇ ਪਲੱਸ ਦਾ 2 ਡੈਲਟਾ y ਹੈਗਾ। ਉਹਦਾ ਰੀਜ਼ਨ ਉੱਪਰਲੀ ਇਕੁਏਸ਼ਨ ਚੈੱਕ ਕਰੋ, ਆਹ ਵਾਲੀ ਤੁਹਾਡੀ ਇਹ ਪਲੱਸ ਸੀ ਤੇ ਇੱਥੇ ਵੀ ਤੁਹਾਡਾ ਪਲੱਸ ਹੀ ਰਹੂਗਾ ਓਬਵੀਅਸ ਹੈ। ਫਿਰ ਤੁਸੀਂ ਕੈਲਕੂਲੇਸ਼ਨਸ ਕਰਿਓ। ਠੀਕ ਹੈ, ਜੇ ਆਹ ਵਾਲੀ ਵੈਲਿਊ ਜਿਹੜੀ ਹੈਗੀ yi ਦੀ, ਇੱਥੇ ਆਪਾਂ yi + 1 ਇੱਥੇ ਤਾਂ ਆਪਾਂ ਮੰਨਿਆ ਸੀ ਕਿ ਉਹ ਇੱਕ ਵੱਧ ਕੇ ਹੋਊਗੀ ਜੇ ਟੀ ਹੋਊਗੀ, ਜੇ ਐਸ ਹੋਊਗੀ ਤਾਂ yi ਹੀ ਹੋਊਗੀ, ਤੇ ਇੱਥੇ yi ਹੀ ਪੁੱਟ ਕੀਤਾ। yi ਨੂੰ ਸੋਲਵ ਕਰੋਗੇ ਤਾਂ ਤੁਹਾਡਾ ਕੈਂਸਲ ਹੋ ਜਾਊਗਾ, ਉਹਨੂੰ 0 ਨਾਲ ਇਹਦੇ ਨਾਲ ਮਲਟੀਪਲਾਈ ਕਰੋਗੇ 0 ਨੂੰ ਤਾਂ ਇਹ ਵੀ ਕੈਂਸਲ ਗਿਆ, ਜਾਣੀ ਕਿ ਤੁਹਾਡਾ ਇੱਥੇ ਪਲੱਸ ਦਾ ਸਿੰਬਲ ਸੀ ਤਾਂ di + 2 ਡੈਲਟਾ ਜਿਹੜੀ y ਹੈ ਉਹ ਆ ਜਾਊਗਾ। ਤਾਂ ਹੁਣ ਸਾਡੇ ਕੋਲ ਕੀ ਹੋਇਆ, ਅਸੀਂ 3 ਫਾਰਮੂਲਾਜ਼ ਜਿਹੜੇ ਨੇ ਮੇਨ ਡਰਾਈਵ ਕੀਤੇ ਆ, ਉਹ ਅਸੀਂ ਡਰਾਈਵ ਕੀਤੇ ਹੈਗੇ ਕਿ ਤੁਹਾਡਾ ਡਿਸੀਜ਼ਨ ਵੇਰੀਏਬਲ ਅਕੋਰਡਿੰਗ 2 ਆਉਂਦੇ ਆ। ਜੇ ਐਸ ਚੂਜ਼ ਕਰਦੇ ਹੋ ਤਾਂ ਤੁਸੀਂ ਆਹ ਵਾਲਾ ਫਾਰਮੂਲਾ ਲਗਾਓਗੇ, ਟੀ ਚੂਜ਼ ਕਰਦੇ ਹੋ ਤਾਂ ਆਹ ਵਾਲਾ ਫਾਰਮੂਲਾ ਲਗਾਓਗੇ। ਠੀਕ ਹੈ, ਵੈਲਿਊਜ਼ ਫਾਈਂਡ ਆਊਟ ਕਰਨ ਲਈ ਅੱਗੇ ਓਕੇ। ਹੁਣ ਇਹ ਵੈਲਿਊਜ਼ ਫਾਈਂਡ ਆਊਟ ਕਰਨ ਲਈ ਆਪਾਂ ਫਾਰਮੂਲਾਜ਼ ਕੱਢ ਲਏ। ਹੁਣ ਸਭ ਤੋਂ ਪਹਿਲੇ ਵਾਰੀ ਡਿਸੀਜ਼ਨ ਵੇਰੀਏਬਲ ਅਸੀਂ ਕਿਵੇਂ ਲੱਗੇ, ਉਹਨੂੰ ਅਸੀਂ D1 ਮੰਨ ਲਿਆ। ਹੁਣ ਉਹ D1 ਦੀ ਜਿਹੜੀ ਵੈਲਿਊ ਸੀ ਉਹ ਕੈਲਕੂਲੇਟ ਕਰਨੀ ਹੈ। ਵਾਪਸ ਆਦੇ ਉਸੇ ਡਿਸੀਜ਼ਨ ਵੇਰੀਏਬਲ 'ਤੇ ਚੱਲੋ। ਕਿਹੜਾ ਡਿਸੀਜ਼ਨ ਵੇਰੀਏਬਲ ਕਹਿ ਰਹੀ ਹੈ ਮੈਂ, ਆਹ ਵਾਲਾ ਤੁਹਾਡਾ ਜਿੱਥੇ ਤੁਹਾਡਾ DI ਸੀ। ਠੀਕ ਹੈ, ਹੁਣ ਇੱਥੇ DI ਨਾ ਮੰਨ ਕੇ ਆਪਾਂ ਨੂੰ D1 ਮੰਨ ਲਾਂਗੇ। ਸਭ ਤੋਂ ਪਹਿਲੀ ਵਾਰੀ ਜਦੋਂ ਡਿਸੀਜ਼ਨ ਵੇਰੀਏਬਲ ਕੱਢਣਾ ਉਹ ਕੱਢਣ ਦੇ ਲਈ ਇੱਥੇ ਅਸੀਂ ਉਹਨੂੰ D1 ਮੰਨਿਆ। ਠੀਕ ਹੈ, ਹੁਣ ਆਪਾਂ D1 ਦੇ ਵਿੱਚ ਆਪਾਂ ਫਾਈਂਡ ਆਊਟ ਕਰਨਾ, ਤਾਂ ਉਹ D1 ਦੇ ਵਿੱਚ ਤੁਸੀਂ ਕੀ ਕਰੋ, ਵਾਪਸ ਤੋਂ ਉਹੀ ਤੁਹਾਡਾ ਫਾਰਮੂਲਾ ਚੱਕੋ, ਉਹਦੇ ਵਿੱਚ ਵਾਪਸ ਤੋਂ ਵੈਲਿਊਜ਼ ਭਰੋ ਤਾਂ ਇਸ ਨੂੰ ਸੋਲਵ ਕਰੋਗੇ ਤੁਸੀਂ ਬੇਟਾ। ਤਾਂ ਸੋਲਵ ਕਰਨ ਤੋਂ ਬਾਅਦ ਜੋ ਵੀ ਤੁਹਾਡੇ ਕੋਲ ਬਣੂਗੀ ਇਕੁਏਸ਼ਨ ਉਹਦੇ ਵਿੱਚ ਦੇਖਿਓ ਇਸ ਨੂੰ ਪ੍ਰੋਪਰ ਐਕਸਪੈਂਡ ਕਰਕੇ, ਤਾਂ ਜਦੋਂ ਇਹਨੂੰ ਕਰੋਗੇ ਤਾਂ ਇਹਦੀਆਂ ਆਹ ਚੀਜ਼ਾਂ ਜਿਹੜੀਆਂ ਨੇ ਇਹ ਸਾਰੇ ਨੂੰ ਅਸੀਂ 0 ਕਰ ਦਾਂਗੇ। ਕਿਉਂ? ਕਿਉਂਕਿ ਇਹ ਅਸਲ ਦੇ ਵਿੱਚ ਨਾ ਜਦੋਂ ਤੁਸੀਂ ਵੈਲਿਊਜ਼ ਲੈ ਕੇ ਕੈਲਕੂਲੇਸ਼ਨਸ ਵਗੈਰਾ ਕਰੋਗੇ ਵੀ ਤਾਂ ਇਹਨੇ ਵਾਪਸ ਤੋਂ ਕੱਟ ਵਗੈਰਾ ਹੋ ਕੇ 0 ਹੀ ਬਣ ਜਾਣਾ ਹੁੰਦਾ ਅੱਗੇ ਜਾ ਕੇ ਕੈਲਕੂਲੇਸ਼ਨ ਦੇ ਵਿੱਚ। ਤਾਂ ਕਰਕੇ ਇਕੁਏਸ਼ਨ ਦੇ ਵਿੱਚ ਉਸਨੂੰ ਪਹਿਲਾਂ ਹੀ ਅਸੀਂ ਮੰਨ ਲਿਆ 0। ਤਾਂ ਸਾਡੇ ਕੋਲ ਜਿਹੜੀ D1 ਦੀ ਵੈਲਿਊ ਆ ਉਹ ਤੁਹਾਡੀ ਆਹ ਵਾਲੀ ਵੈਲਿਊ ਰਹਿ ਜੂਗੀ ਡੈਲਟਾ x to m - 1 ਆ ਵੈਲਿਊ ਆ ਗਈ। ਹੁਣ m ਦੀ ਵੈਲਿਊ ਤੁਹਾਨੂੰ ਪਤਾ ਹੈ ਕਿ ਤੁਹਾਡੀ ਕੀ ਹੁੰਦੀ, ਉੱਥੇ ਵੈਲਿਊ ਪੁੱਟ ਕਰੋ ਤਾਂ ਕੁਛ ਇੱਦਾਂ ਦੀ ਤੁਹਾਡੇ ਕੋਲ ਜਿਹੜੀ ਵੈਲਿਊ ਹੈ ਉਹ ਬਣੂਗੀ। ਠੀਕ ਹੈ, ਇਹਨੂੰ ਵੀ ਜਦੋਂ ਤੁਸੀਂ ਸੋਲਵ ਕਰੋਗੇ, ਠੀਕ ਹੈ, ਕੱਟ ਵਗੈਰਾ ਕਰੋਗੇ ਤਾਂ ਤੁਹਾਡੇ ਕੋਲ ਆ ਜੂਗੀ ਵੈਲਿਊ। ਤਾਂ ਹੁਣ ਇਹਦੇ ਵਿੱਚੋਂ ਹੀ ਅਸੀਂ ਉਹ 3 ਵੇਰੀਏਬਲ ਦੇ ਜਿਹੜੇ 3 ਫਾਰਮੂਲੇਜ਼ ਨੇ ਜਿਹੜੇ ਡਰਾਈਵ ਕੀਤੇ ਆ। ਤਾਂ ਆ ਤਾਂ ਸੀ D1 ਹੁੰਦਾ ਜਦੋਂ ਪਹਿਲੀ ਵਾਰੀ ਅਸੀਂ ਡਿਸੀਜ਼ਨ ਵੇਰੀਏਬਲ ਲੈਣਾ। ਠੀਕ ਹੈ, ਪਹਿਲੀ ਵਾਰੀ ਡਿਸੀਜ਼ਨ ਵੇਰੀਏਬਲ ਹਮੇਸ਼ਾ ਇਸ ਫਾਰਮੂਲੇ ਨਾਲ ਨਿਕਲਦਾ ਗਾ। ਓਕੇ ਜੀ, ਤਾਂ ਆ ਸੀ ਸਾਡਾ D1। ਓਕੇ, ਜਿਹੜੀ ਮੈਂ ਤੁਹਾਨੂੰ ਬੁੱਕ ਤੋਂ ਨੋਟਸ ਤੋਂ ਸ਼ੇਅਰ ਕੀਤੇ ਉਹਦੇ ਵਿੱਚ ਅਸੀਂ PK ਮੰਨ ਰਹੇ ਹਾਂ ਡਿਸੀਜ਼ਨ ਵੇਰੀਏਬਲ ਨੂੰ, ਇੱਕ ਹੀ ਗੱਲ ਹੈ। ਤਾਂ ਹਮੇਸ਼ਾ ਪਹਿਲੀ ਵਾਰ ਅਸੀਂ PK ਐਵੇਂ ਕੱਢਦੇ ਹਾਂ। ਫਿਰ ਅਸੀਂ ਹਮੇਸ਼ਾ ਕੀ ਕਰਦੇ ਹੁੰਦੇ ਹਾਂ, ਪਹਿਲੇ ਪਿਕਸਲ ਦਾ PK ਕੱਢਿਆ, ਜੋ PK ਦੀ ਵੈਲਿਊ ਆ ਗਈ ਉਹਦੇ ਅਕੋਰਡਿੰਗ ਦੇਖਾਂਗੇ ਅਸੀਂ ਕੋਈ ਵੱਡੀ ਆਈ ਸੀ 0 ਤੇ ਕਿ ਛੋਟੀ ਆਈ ਸੀ। ਜੇ ਸਾਡੀ ਪਹਿਲਾਂ ਵਾਲੀ ਵੈਲਿਊ ਵੱਡੀ ਸੀ ਤਾਂ ਅਸੀਂ ਆਹ ਵਾਲਾ ਫਾਰਮੂਲਾ ਲਾ ਕੇ ਵੈਲਿਊਜ਼ XY ਦੀਆਂ ਕੱਢਾਂਗੇ, ਨਹੀਂ ਆਹ ਵਾਲਾ ਫਾਰਮੂਲਾ ਲਗਾ ਕੇ ਕੱਢਾਂਗੇ ਅਸੀਂ XY ਦੀਆਂ ਵੈਲਿਊਜ਼। ਠੀਕ ਹੈ, ਓਕੇ। ਤਾਂ ਐਵੇਂ ਜਿਹੜੀਆਂ ਵੈਲਿਊਜ਼ ਨੇ ਅਸੀਂ ਉਹ ਕੈਲਕੂਲੇਟ ਕਰਨੀਆਂ। ਤੇ ਇਹੀ 3 ਫਾਰਮੂਲੇ ਅਸੀਂ ਡਰਾਈਵ ਕੀਤੇ ਨੇ ਉੱਪਰੋਂ। ਇਹ ਸੀ ਤੁਹਾਡਾ ਬਿਲਕੁਲ ਪਹਿਲਾਂ ਵਾਲਾ ਫਾਰਮੂਲਾ। ਆਹ ਜਿਹੜੇ 2 ਫਾਰਮੂਲਾਜ਼ ਨੇ ਬੇਟਾ ਇਹ ਹੈਗੇ ਆ ਜੇ S ਚੂਜ਼ ਕਰਦੇ ਹੋ ਜਾਂ T ਚੂਜ਼ ਕਰਦੇ ਹੋ। ਤੇ ਇਹ ਧਿਆਨ ਨਾਲ ਦੇਖੋ ਤਾਂ ਆਹ S ਤੇ T ਦੇ ਫਾਰਮੂਲੇ ਹੀ ਹੈਗੇ ਆ। ਠੀਕ ਹੈ, ਕਿ ਜੇ ਤੁਸੀਂ T ਨੂੰ ਚੂਜ਼ ਕਰ ਰਹੇ ਹੋ ਤਾਂ ਆਹ ਫਾਰਮੂਲਾ, S ਨੂੰ ਚੂਜ਼ ਕਰ ਰਹੇ ਹੋ ਤਾਂ ਆਹ ਵਾਲਾ ਫਾਰਮੂਲਾ, ਬਟ ਇੱਥੇ ਜਸਟ ਪਲੱਸ ਆਊਗਾ, ਉਹ ਧਿਆਨ 'ਚ ਰੱਖ ਲਿਓ। ਤਾਂ ਇਹ ਸੀ ਤੁਹਾਡੇ ਬ੍ਰਸ਼ਨਹੈਮ ਦੇ ਜਿਹੜਾ ਅਸੀਂ ਲਾਈਨ ਐਲਗੋਰਿਦਮ ਆ ਉਹਦਾ ਕਿਵੇਂ ਜਿਹੜੀ ਹੈ ਮਤਲਬ 3 ਜਿਹੜੀਆਂ ਵੈਲਿਊਜ਼ ਨੇ ਤੁਹਾਡੀਆਂ ਤੁਸੀਂ ਉਹ ਕਿਵੇਂ ਡਰਾਈਵ ਕਰ ਰਹੇ ਹੋ, ਕਿਵੇਂ ਕੰਪਿਊਟ ਕਰਕੇ ਆਪਾਂ 3 ਲੈ ਕੇ ਆਏ ਆ। ਇਸ ਤੋਂ ਬਾਅਦ ਆਪਾਂ ਕੰਮ ਕੀਤਾ ਸੀਗਾ। ਓਕੇ ਜੀ।